कीवी टीवी ਦੇ ਇਸ ਇਲੈਕਸ਼ਨ ਸਪੈਸ਼ਲ ਫੀਚਰ ਵਰਡਿਕਟ 2020 ਨੂੰ ਲੈ ਕੇ ਅਸੀਂ ਅੱਜ ਇੱਕ ਵਾਰ ਫੇਰ ਹਾਜ਼ਰ ਹਾਂ ਸਾਥੀਓ। 2008 ਦਾ ਇਲੈਕਸ਼ਨ ਦਾ ਵਰਾ ਜਿਹੜਾ ਕਿ ਨਿਊਜ਼ੀਲੈਂਡ ਦੀਆਂ 49ਵੀਆਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਲੜੀਆਂ ਗਈਆਂ ਸੀ ਬੜਾ ਸਪੈਸ਼ਲ ਸੀ, ਖਾਸ ਤੌਰ ਤੇ ਨੈਸ਼ਨਲ ਪਾਰਟੀ ਵਾਸਤੇ ਤੇ ਸਾਡੇ ਭਾਰਤੀ ਭਾਈਚਾਰੇ ਵਾਸਤੇ ਵੀ ਬਹੁਤ ਜ਼ਿਆਦਾ ਸਪੈਸ਼ਲ ਸੀ, ਕਿਉਂਕਿ ਭਾਰਤੀ ਭਾਈਚਾਰੇ ਦੇ ਵਿੱਚੋਂ ਪਹਿਲੀ ਵਾਰ ਸਾਡੇ ਇੱਕ ਭਾਰਤੀ ਮੂਲ ਦੇ ਸਾਂਸਦ ਕੈਂਡੀਡੇਟ ਜਾਂ ਕਹਿ ਲਓ ਕਿ ਸਾਡੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਇੱਕ ਨਾਮ ਸਰਦਾਰ ਕਮਲਜੀਤ ਸਿੰਘ ਬਖਸ਼ੀ ਜਿਹੜੇ ਕਿ ਪਹਿਲੀ ਵਾਰ ਨਿਊਜ਼ੀਲੈਂਡ ਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਕੇ ਤੇ ਪਾਰਲੀਮੈਂਟ ਦੇ ਵਿੱਚ ਪ੍ਰਵੇਸ਼ ਹੋਏ ਸੀ। 12 ਵਰੇ ਸਿਆਸਤ ਕਰਦੇ ਹੋ ਗਏ ਨੇ ਤੇ ਬਖਸ਼ੀ ਜੀ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਸਪੈਸ਼ਲ ਗੈਸਟ ਨੇ। ਪਿਆਰ ਭਰੀ ਸਤਿ ਸ਼੍ਰੀ ਅਕਾਲ ਬਖਸ਼ੀ ਜੀ, ਸਵਾਗਤ ਹੈ ਤੁਹਾਡਾ ਜੀ। ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ। ਬਖਸ਼ੀ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਆ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਤੇ ਗੱਲ ਇਹ ਹੈ ਕਿ ਸਿਆਸਤ ਕਰਦੇ ਤੁਹਾਨੂੰ 12 ਸਾਲ ਜਿਹੜੇ ਆ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਹੋ ਚੁੱਕੇ ਨੇ ਔਰ ਇਸ ਵਾਰ ਜਿਹੜੀ ਹੈ ਤੁਹਾਡੀ ਨੈਸ਼ਨਲ ਪਾਰਟੀ ਦੇ ਵੱਲੋਂ ਜਿਹੜੀ ਪ੍ਰੋਮੋਸ਼ਨ ਵੀ ਕਰ ਦਿੱਤੀ ਗਈ ਹੈ। ਸੋ ਮੇਰੇ ਖਿਆਲ ਨਾਲ ਲਿਸਟ ਦੇ ਵਿੱਚ ਤੁਹਾਡੀ ਰੈਂਕਿੰਗ ਹੁਣ 25ਵੇਂ ਨੰਬਰ ਤੇ ਜਿਹੜੀ ਹੈ ਉਹ ਪਹੁੰਚ ਗਈ ਹੈ ਤੇ ਜਿਹੜਾ ਤੁਹਾਨੂੰ ਹੁਣ ਖਾਸ ਤੌਰ ਤੇ ਪੋਰਟਫੋਲੀਓ ਵੀ ਦਿੱਤਾ ਗਿਆ ਉਹ ਵੀ ਐਥਨਿਕ ਅਫੇਅਰਸ ਦੇ ਨਾਲ ਜਿਹੜਾ ਸੰਬੰਧਿਤ ਹੈ। ਤੇ ਇਹਦੇ ਨਾਲ ਹੀ ਨਾਲ ਬਖਸ਼ੀ ਜੀ ਜਿਹੜਾ ਤੁਹਾਡਾ ਪਾਰਲੀਮੈਂਟ ਦਾ ਜਿਹੜਾ ਤੁਹਾਡਾ ਹੁਣ ਹਲਕਾ ਹੈ ਸੋ ਇਹ ਪੈਮਿਓਰ ਓਟਾਹੂ ਜਿਹੜਾ ਹੁਣ ਹੋ ਗਿਆ। ਸੋ ਇੱਥੇ ਮੇਰੇ ਦੋ ਸਵਾਲ ਨੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਤਾਂ ਜਿਹੜੀ ਨਵੀਂ ਪ੍ਰਮੋਸ਼ਨ ਨੂੰ ਲੈ ਕੇ ਕਿੰਨੀ ਕੁ ਤੁਸੀਂ ਐਕਸਟਰਾ ਜਿਹੜੀ ਜ਼ਿੰਮੇਵਾਰੀ ਹੈ ਉਸ ਨੂੰ ਮਹਿਸੂਸ ਕਰਦੇ ਹੋ, ਤੇ ਦੂਜਾ ਜਿਹੜਾ ਨਵਾਂ ਤੁਹਾਡਾ ਪਾਰਲੀਮੈਂਟ ਹਲਕਾ ਹੈ ਸੋ ਉਸ ਦੇ ਬਾਰੇ ਵੀ ਤੁਹਾਡੇ ਕੋਲੋਂ ਥੋੜੀ ਜਿਹੀ ਜਾਣਕਾਰੀ ਜਿਹੜੀ ਸਭ ਤੋਂ ਪਹਿਲਾਂ ਚਾਹਾਂਗੇ। ਮਿੰਟੂ ਜੀ, ਸਭ ਤੋਂ ਪਹਿਲੇ ਤੁਹਾਨੂੰ ਮੁਬਾਰਕ ਕਿ ਤੁਸੀਂ ਇਹ ਇਤਨਾ ਖੂਬਸੂਰਤ ਸਟੂਡੀਓ ਇੱਥੇ ਬਣਾਇਆ ਔਰ ਜਿੱਥੇ ਮੈਨੂੰ ਅੱਜ ਮੌਕਾ ਮਿਲ ਰਿਹਾ ਕਿ ਤੁਹਾਡੇ ਸਰੋਤਿਆਂ ਨਾਲ ਮੈਂ ਗੱਲਬਾਤ ਕਰ ਸਕਾਂ ਤੇ ਪੂਰੀ ਰੇਡੀਓ ਸਪਾਈਸ ਔਰ ਕੀਵੀ ਟੀਵੀ ਦੀ ਟੀਮ ਨੂੰ ਮੁਬਾਰਕਬਾਦ। ਸਵਾਲ ਤੁਸੀਂ ਜਿਹੜਾ ਉਠਾਇਆ ਅੱਜ ਕਿ ਮੇਰੀ ਪ੍ਰਮੋਸ਼ਨ ਹੋਈ ਹੈ, ਹਰ ਇਲੈਕਸ਼ਨ ਵਿੱਚ ਮੇਰੇ ਨੰਬਰਸ ਜਿਹੜੇ ਨੇ ਉਹ ਇੰਪਰੂਵ ਹੁੰਦੇ ਰਹੇ ਨੇ। ਪਾਰਟੀ ਨੇ ਹੁਣ ਮੈਨੂੰ ਤਕਰੀਬਨ 25 ਨੰਬਰ ਤੱਕ ਪਹੁੰਚਾ ਦਿੱਤਾ ਹੈ ਜੀ ਔਰ ਮੈਨੂੰ ਜ਼ਿੰਮੇਵਾਰੀ ਲਗਾਈ ਹੈ ਐਥਨਿਕ ਕਮਿਊਨਿਟੀਜ਼ ਲਈ, ਜਿਹਦੇ ਲਈ ਮੈਂ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਕਿ ਇੱਛੁਕ ਹੈਗਾ ਵਾ ਕਿ ਇਸ ਪੋਰਟਫੋਲੀਓ ਦੇ ਉੱਤੇ, ਕਿਉਂਕਿ ਹਜੇ ਤੱਕ ਜੋ ਪਿਛਲੇ ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਐਥਨਿਕ ਕਮਿਊਨਿਟੀ ਨੂੰ ਇਤਨਾ ਜ਼ਿਆਦਾ ਐਮਫੈਸਿਸ ਨਹੀਂ ਦਿੱਤਾ ਜਾ ਰਿਹਾ ਜੀ। ਓਵਰਆਲ ਜਿਹੜਾ ਸਾਡਾ ਹੁਣ ਤਕਰੀਬਨ 15% ਦੇ ਕਰੀਬ ਅਸੀਂ ਐਥਨਿਕ ਕਮਿਊਨਿਟੀਜ਼ ਜੋ ਆ ਉਹ ਨਿਊਜ਼ੀਲੈਂਡ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਜੀ, ਜੋ ਆਪਣੇ ਆਪ ਨੂੰ ਅਸੀਂ ਕੀਵੀਜ਼ ਕਹਿੰਦੇ ਆ, ਬਟ ਓਰੀਜਨ ਸਾਡਾ ਜਿਹੜਾ ਹੈਗਾ ਉਹ ਏਸ਼ੀਅਨ, ਅਫਰੀਕਨ, ਸਾਊਥ ਅਮਰੀਕਨ ਕੰਟਰੀਜ਼ ਤੋਂ ਹੈਗਾ ਜੀ ਤੇ ਅਸੀਂ 15% ਤੋਂ ਵੀ ਜ਼ਿਆਦਾ ਹੋ ਚੁੱਕੇ ਹਾਂ। ਮੈਂ ਅੱਜ ਸਵੇਰੇ ਹੀ ਗਿਸਬਨ ਤੋਂ ਵਾਪਸ ਆਇਆ ਜੀ। ਹੈਰਾਨਗੀ ਹੋਏਗੀ ਤੁਹਾਨੂੰ ਸੁਣ ਕੇ ਕਿ ਗਿਸਬਨ ਸ਼ਹਿਰ ਦੇ ਅੰਦਰ 82 ਡਿਫਰੈਂਟ ਲੈਂਗੁਏਜਸ ਬੋਲੀਆਂ ਜਾ ਰਹੀਆਂ। ਕੀ ਬਾਤ ਹੈ। ਤੇ ਇੱਕ ਛੋਟਾ ਜਿਹਾ ਸ਼ਹਿਰ ਜਿਹਦੀ ਤਕਰੀਬਨ 45,000 ਦੇ ਕਰੀਬ ਆਬਾਦੀ ਹੈ ਜੀ, ਉੱਥੇ 82 ਡਿਫਰੈਂਟ ਲੈਂਗੁਏਜਸ ਬੋਲੇ ਜਾਣਾ ਬਹੁਤ ਮਾਇਨੇ ਰੱਖਦਾ ਹੈ ਜੀ। ਔਰ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਥਨਿਕ ਕਮਿਊਨਿਟੀਜ਼ ਔਰ ਨੈਸ਼ਨਲ ਪਾਰਟੀ ਨੇ ਹਮੇਸ਼ਾ ਇਸ ਚੀਜ਼ ਨੂੰ ਐਕਨੋਲੇਜ ਕੀਤਾ ਹੈ ਕਿ ਚਾਹੇ ਉਹ ਚਾਈਨੀਜ਼ ਨੇ, ਚਾਹੇ ਇੰਡੀਅਨ ਨੇ ਜਾਂ ਕਿਸੇ ਹੋਰ ਐਥਨੀਸਿਟੀ ਤੋਂ ਨੇ, ਉਹਨਾਂ ਦੀ ਜੋ ਕੰਟਰੀਬਿਊਸ਼ਨ ਹੈ ਇਸ ਮੁਲਕ ਲਈ ਬਹੁਤ ਇੰਪੋਰਟੈਂਟ ਹੈ ਜੀ। ਇਮੀਗ੍ਰੇਸ਼ਨ ਨੂੰ ਅਸੀਂ ਹਮੇਸ਼ਾ ਐਨਕਰੇਜ ਕੀਤਾ ਹੋਵੇ। ਪਹਿਲਾ ਏਸ਼ੀਅਨ ਮੂਲ ਦਾ ਮੈਂਬਰ ਆਫ ਪਾਰਲੀਮੈਂਟ ਜੋ ਹੈ ਉਹ ਨੈਸ਼ਨਲ ਪਾਰਟੀ ਨੇ ਦਿੱਤਾ ਹੈ। ਲੋਕਾਂ ਨੂੰ ਭੁਲੇਖਾ ਹੈਗਾ ਕਿ ਲੇਬਰ ਪਾਰਟੀ ਜਾਂ ਹੋਰ ਪਾਰਟੀਆਂ ਜਿਹੜੀਆਂ ਨੇ ਉਹ ਇਮੀਗ੍ਰੈਂਟਸ ਨੂੰ ਜ਼ਿਆਦਾ ਤਵੱਕੋ ਦਿੰਦੀਆਂ ਜੀ। ਫੈਕਟ ਹੈਗਾ ਕਿ ਅਸੀਂ ਪਹਿਲਾ ਸਾਂਸਦ ਵੀ ਅਸੀਂ ਦਿੱਤਾ, ਪਹਿਲਾ ਕੈਬਨਿਟ ਮਿਨਿਸਟਰ ਵੀ ਅਸੀਂ ਦਿੱਤਾ ਜੀ। ਔਰ ਅਗਰ ਅਸੀਂ ਗਿਣਤੀ ਵਿੱਚ ਦੇਖੀਏ ਚਾਈਨੀਜ਼, ਇੰਡੀਅਨ, ਕੋਰੀਅਨ, ਇਹ ਸਾਰੇ ਜਿਹੜੇ ਫਿਲੀਪੀਨੋ, ਇਹ ਸਾਰੇ ਜਿਹੜੇ ਮੂਲ ਦੇ ਲੋਕੀ ਨੇ, ਇਹ ਸਭ ਤੋਂ ਪਹਿਲੇ ਜਿਹੜੇ ਅਗਰ ਮੈਂਬਰ ਆਫ ਪਾਰਲੀਮੈਂਟ ਬਣੇ ਤਾਂ ਉਹ ਨੈਸ਼ਨਲ ਪਾਰਟੀ ਦੇ ਕਾਰਨ ਬਣੇ ਨੇ ਜੀ। ਤੇ ਮੈਨੂੰ ਬੜੀ ਇਹਦੇ ਵਿੱਚ ਉਮੀਦ ਹੈ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਅਸੀਂ ਖੁੱਲ ਕੇ ਐਥਨਿਕ ਕਮਿਊਨਿਟੀ ਨੂੰ ਜੋ ਹੈ ਮੌਕਾ ਦੇਵਾਂਗੇ ਕਿ ਉਹ ਇੱਥੇ ਪ੍ਰੋਸਪਰਸ ਕਰ ਸਕਣ ਔਰ ਇੱਥੇ ਦੀ ਜੋ ਇਕਨੋਮੀ ਚੋਂ ਜੋ ਕੰਟਰੀਬਿਊਟ ਕਰ ਰਹੇ ਨੇ ਉਹ ਹੋਰ ਜ਼ਿਆਦਾ ਇਹਦੇ ਵਿੱਚ ਹਿੱਸਾ ਪਾ ਸਕਣ ਜੀ। ਬਖਸ਼ੀ ਜੀ, ਜਿੱਥੇ ਤੁਸੀਂ ਹੁਣ ਗੱਲ ਕੀਤੀ ਹੈ ਕਿ ਨੈਸ਼ਨਲ ਸਰਕਾਰ ਨੇ ਜਿਹੜਾ ਆਉਂਦੇ ਸਮਿਆਂ ਦੇ ਵਿੱਚ ਜਾਂ ਬੀਤੇ ਸਮਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਐਥਨਿਕ ਕਮਿਊਨਿਟੀਜ਼ ਨੂੰ ਅੱਗੇ ਵਧਾਇਆ ਹੈ, ਉਹਨਾਂ ਦੇ ਕੈਂਡੀਡੇਟਸ ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਦਿੱਤੀ ਹੈ, ਪਾਰਟੀ ਦੇ ਵਿੱਚ ਸਥਾਨ ਦਿੱਤਾ ਹੈ, ਮਹੱਤਵਪੂਰਨ ਪੋਰਟਫੋਲੀਓ ਦਿੱਤੇ ਨੇ, ਉੱਥੇ ਜਿਹੜਾ ਹੁਣ ਜਿਹੜੀਆਂ ਅਜਿਹੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਨੈਸ਼ਨਲ ਪਾਰਟੀ ਦੇ ਜਿਹੜੇ ਕੁਝ ਬੀਤੇ ਵੀ ਜੇਕਰ ਅਸੀਂ ਗੱਲ ਕਰੀਏ ਜਾਂ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਜਿਹੜਾ ਕੁਝ ਜਿਹੜੇ ਅਜਿਹੇ ਕਮੈਂਟਸ ਜਿਹੜੇ ਕੁਝ ਸਾਂਸਦਾਂ ਦੇ ਵੱਲੋਂ ਜਿਹੜੇ ਕੀਤੇ ਗਏ ਨੇ, ਜਿਨ੍ਹਾਂ ਨੂੰ ਕਿ ਅਸੀਂ ਖਾਸ ਤੌਰ ਤੇ ਰੇਸ਼ਿਸਟ ਕਮੈਂਟ ਦੇ ਵਜੋਂ ਉਹਨਾਂ ਨੂੰ ਕਿਹਾ
ਕਿਹਾ ਜਾ ਰਿਹਾ ਕਿ ਰੇਸਿਸਟ ਕਮੈਂਟ ਜਿਹੜੇ ਹੋਏ ਨੇ ਹੈਮਿਸ਼ ਵਾਕਰ ਦੀ ਜੇਕਰ ਅਸੀਂ ਗੱਲ ਕਰੀਏ, ਹਾਲ ਹੀ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਬੜਾ ਅਜੀਬੋ-ਗਰੀਬ ਜਿਹਾ ਜਿਹੜਾ ਕਮੈਂਟ ਕਰ ਦਿੱਤਾ ਹੈ, ਸੋ ਜਿਸ ਨੂੰ ਕਿ ਲੈ ਕੇ ਭਾਰਤੀ ਭਾਈਚਾਰਾ ਬਹੁਤ ਨਾਰਾਜ਼ ਹੈ, ਜਿਸ ਨੂੰ ਕਿ ਮੰਨਿਆ ਜਾ ਰਿਹਾ ਕਿ ਰੇਸਿਸਟ ਕਮੈਂਟ ਹੈ। ਸੋ ਇਸ ਦੇ ਬਾਰੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਇਸ ਦੇ ਬਾਰੇ ਕੀ ਕਹਿਣਾ? ਮਿੰਟੂ ਜੀ, ਜਿੱਥੇ ਤੱਕ ਮੈਂ ਪਰਸਨਲ ਤੌਰ ਤੇ ਹੈਮਿਸ਼ ਵਾਕਰ ਨਾਲ ਗੱਲ ਕੀਤੀ ਔਰ ਦੂਸਰਾ ਲੀਡਰ ਨੇ ਸਾਡੇ ਗੱਲ ਕੀਤੀ ਹੈ, ਉਹ ਇਸ ਗੱਲ ਦੇ ਉੱਤੇ ਕਾਫੀ ਖੇਦ ਪ੍ਰਗਟ ਕੀਤਾ ਉਹਨਾਂ ਨੇ। ਉਹਨਾਂ ਦਾ ਜੋ ਇੱਕ ਕਹਿਣਾ ਸੀਗਾ, ਅਗਰ ਤੁਸੀਂ ਉਹ ਪ੍ਰੈਸ ਰਿਲੀਜ਼ ਨੂੰ ਪੜ੍ਹੋ ਜੀ, ਕਿ ਜੋ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਲੋਕੀ ਜਿਹੜੇ ਇਹਨਾਂ 3 ਦੇਸ਼ਾਂ ਤੋਂ ਆਉਣ ਵਾਲੇ ਨੇ, ਉਹਨਾਂ ਨੇ ਸਿਰਫ ਦੇਸ਼ਾਂ ਦਾ ਲਿਖਿਆ ਸੀ, ਇਹ ਨਹੀਂ ਲਿਖਿਆ ਸੀ ਕਿ ਇਹਨਾਂ ਦੇ ਮੂਲ ਦੇ ਲੋਕੀ ਜਿਹੜੇ ਨੇ ਉਹ ਕੌਣ ਨੇ। ਔਰ ਸਾਨੂੰ ਪਤਾ ਹੈ ਕਿ ਜਿਹੜੇ ਲੋਕੀ ਵਾਪਸ ਆ ਰਹੇ ਨੇ ਉਹ ਸਿਰਫ ਤੇ ਸਿਰਫ ਨਿਊਜ਼ੀਲੈਂਡਰਸ ਨੇ, ਚਾਹੇ ਉਹ ਪਰਮਨੈਂਟ ਰੈਜ਼ੀਡੈਂਟ ਨੇ, ਚਾਹੇ ਉਹ ਇੱਥੇ ਦੇ ਸਿਟੀਜ਼ਨ ਨੇ ਜੀ। ਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਉੱਥੇ ਫੈਸਿਲਿਟੀਆਂ ਨੇ ਉਹ ਇੰਨੀਆਂ ਮੁਹੱਈਆ ਨਹੀਂ ਨੇ ਕਿ ਇਹਨਾਂ ਨੂੰ ਅਕੋਮੋਡੇਟ ਕਰ ਸਕਣ, ਤੇ ਸਾਨੂੰ ਇਹਦੇ ਉੱਤੇ ਥੋੜਾ ਵਿਚਾਰ ਕਰਨਾ ਚਾਹੀਦਾ। ਤੇ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਇਸ ਚੀਜ਼ ਦੇ ਉੱਤੇ ਜਿਹੜੀ ਮੇਰੇ ਨਾਲ ਗੱਲਬਾਤ ਕਰਕੇ, ਔਰ ਪਰ ਤੁਸੀਂ ਅਗਰ ਦੂਸਰਾ ਪਹਿਲੂ ਵੀ ਦੇਖੋ, ਇਹ ਇੱਕ ਪਹਿਲੂ ਨਹੀਂ ਹੈ, ਲੇਬਰ ਪਾਰਟੀ ਨੇ ਇਸ ਚੀਜ਼ ਨੂੰ ਰੇਸਿਸਟ ਬਣਾਤਾ, ਪਰ ਸ਼੍ਰੀਲੰਕਨ ਫੈਮਿਲੀ ਜਿਹੜੀ ਕੁਈਨਸਟਾਊਨ ਦੀ ਸੀਗੀ, ਉਹਨਾਂ ਦੇ ਲਈ ਕਿਸਨੇ ਜਦੋਜਹਿਦ ਕੀਤੀ? ਅਗਰ ਉਹ ਰੇਸਿਸਟ ਹੁੰਦਾ ਤਾਂ ਉਹ ਸ਼੍ਰੀਲੰਕਨ ਫੈਮਿਲੀਜ਼ ਨੂੰ ਰਿਪਰੈਜ਼ੈਂਟ ਨਾ ਕਰਦਾ। ਔਰ ਪਿਛਲੇ 3 ਸਾਲਾਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸੈਂਕੜੋ ਲੋਕਾਂ ਦੇ ਇਮੀਗ੍ਰੇਸ਼ਨ ਕੇਸਿਸ ਲਈ ਰਿਪਰੈਜ਼ੈਂਟੇਸ਼ਨ ਉਹਨਾਂ ਨੇ ਕੀਤੀ, ਔਰ ਇਮੀਗ੍ਰੇਸ਼ਨ ਕੇਸਿਸ ਜਿਹੜੇ ਨੇ ਮੈਜੋਰਿਟੀ ਆਫ ਜਿਹੜੇ ਨੇ ਉਹ ਮਾਈਗ੍ਰੈਂਟ ਕਮਿਊਨਿਟੀ ਦੇ ਹੁੰਦੇ ਨੇ। ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਤਰ੍ਹਾਂ ਨਾਲ ਵੀ ਉਹਨਾਂ ਦੀ ਇਹ ਇੱਛਾ ਨਹੀਂ ਸੀਗੀ ਕਿ ਕੋਈ ਰੇਸਿਸਟ ਕਮੈਂਟ ਕਰਨ। ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹਨਾਂ ਮੁਲਕਾਂ ਤੋਂ ਲੋਕੀ ਆ ਰਹੇ ਨੇ, ਜੋ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਗਈ ਸੀਗੀ ਉਹਦੇ ਬੇਸ ਤੇ ਕੀਤੀ। ਔਰ ਦੂਸਰੀ ਗੱਲ, ਰੇਸਿਸਟ ਕਮੈਂਟ ਕੀਤੇ ਸਨ ਸ਼ੇਨ ਜੋਨਸ ਨੇ, ਡਾਇਰੈਕਟਲੀ ਕਿਹਾ ਸੀ ਕਿ ਇੰਡੀਅਨਸ ਦੇ ਉੱਤੇ ਅਟੈਕ ਕਰਕੇ। ਵਿੰਸਟਨ ਪੀਟਰ ਨੇ ਡਾਇਰੈਕਟਲੀ ਕਿਹਾ ਮਾਈਗ੍ਰੈਂਟਸ ਸਾਰੇ ਵਾਪਸ ਜਾਓ, ਉਹਦੇ ਉੱਤੇ ਕਿਸੇ ਨੇ ਸਵਾਲ ਨਹੀਂ ਚੁੱਕਿਆ। ਪ੍ਰਾਈਮ ਮਿਨਿਸਟਰ ਦੀ ਹਿੰਮਤ ਨਹੀਂ ਹੋਈ ਕਿ ਸਵਾਲ ਪੁੱਛ ਸਕੇ ਸ਼ੇਨ ਜੋਨਸ ਨੂੰ ਜਾਂ ਵਿੰਸਟਨ ਪੀਟਰ ਨੂੰ, ਤਾਂ ਰੇਸਿਸਟ ਨਹੀਂ ਨਜ਼ਰ ਆਉਂਦਾ। ਪਰ ਜਦ ਅਗਰ ਕੋਈ ਗਲਤੀ ਨਾਲ ਕਿਸੇ ਤਰੀਕੇ ਨਾਲ ਉਸ ਨੂੰ ਮੋਲਡ ਕੀਤਾ ਜਾਏ, ਉਸ ਨੂੰ ਰੇਸਿਸਟ ਬਣਾ ਕੇ ਲੇਬਰ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਦੇ ਇੱਕ ਜਿਹੜੇ ਖਾਸ ਤੌਰ ਤੇ ਇੱਕ ਲਿਸਟ ਦੇ ਵਿੱਚ ਇੱਕ ਉਹਨਾਂ ਦੇ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਕਿ 3 ਸਾਲ ਪਹਿਲਾਂ ਕੋਈ ਜਿਹੜਾ ਇੱਕ ਕਮੈਂਟ ਕੀਤਾ ਸੀਗਾ ਮੁਸਲਿਮ ਭਾਈਚਾਰੇ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਅਸੀਂ ਦੇਖੋ ਉਹਨਾਂ ਨੂੰ ਲਿਸਟ ਚੋਂ ਬਾਹਰ ਕੱਢ ਦਿੱਤਾ, ਲੇਕਿਨ ਨੈਸ਼ਨਲ ਪਾਰਟੀ ਨੇ ਹੈਮਿਸ਼ ਤੇ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ। ਹਾਲਾਂਕਿ ਇਹ ਗੱਲ ਉਸ ਸਮੇਂ ਹੋ ਰਹੀ ਹੈ ਜਦੋਂ ਅੱਜ ਹੈਮਿਸ਼ ਨੇ ਜਿਹੜਾ ਖੁਦ ਪ੍ਰੈਸ ਕਾਨਫਰੰਸ ਦੇ ਵਿੱਚ ਕਬੂਲ ਕਰ ਲਿਆ ਕਿ ਜਿਹੜੀ ਹੁਣ ਜਿਹੜੀ 18 ਕੋਵਿਡ ਪੇਸ਼ੈਂਟਸ ਦੀ ਜਿਹੜੀ ਲਿਸਟ ਹੈ, ਜਿਹੜੇ ਨਾਮ ਹੈ, ਜਿਹੜੀ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਬ੍ਰੀਚ ਹੋਈ ਹੈ, ਉਹ ਹੈਮਿਸ਼ ਨੇ ਹੀ ਜਿਹੜੀ ਹੈ ਉਹ ਲੀਕ ਕੀਤੀ ਹੈ। ਦੇਖੋ, ਇੱਕ ਲਿਸਟ ਕੈਂਡੀਡੇਟ ਨੂੰ ਬਾਹਰ ਕੱਢ ਦੇਣਾ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਉਹ ਵਿਚਾਰਾ ਆਲਰੇਡੀ ਲਿਸਟ ਤੇ ਹੀ ਹੈ, ਉਹ ਲੇਬਰ ਪਾਰਟੀ ਦੀ ਮਿਹਰਬਾਨੀ ਤੇ ਹੈ। ਪਰ ਮੈਨੂੰ ਇਹ ਦੱਸੋ, ਹੋਰ ਕਿਹੜਾ ਬੰਦਾ, ਫਿਲ ਟ੍ਰਾਈਫਰਡ ਜਿਹੜਾ ਟੋਟਲ ਫੇਲੀਅਰ ਰਿਹਾ ਹੈ, ਉਸ ਨੂੰ ਪ੍ਰਮੋਟ ਕੀਤਾ ਗਿਆ ਹੈ, ਡਿਮੋਟ ਨਹੀਂ ਕੀਤਾ ਗਿਆ। ਉਸੇ ਤਰੀਕੇ ਨਾਲ ਵਿੰਸਟਨ ਪੀਟਰ ਔਰ ਸ਼ੇਨ ਜੋਨਸ ਦਾ ਮੈਂ ਜਿਹੜਾ ਸਵਾਲ ਤੁਹਾਨੂੰ ਕੀਤਾ ਹੈਗਾ, ਉਹਦੇ ਉੱਤੇ ਕੀ ਪ੍ਰਧਾਨ ਮੰਤਰੀ ਵੱਲੋਂ ਐਕਸ਼ਨ ਲਿਆ ਗਿਆ? ਕੁਝ ਵੀ ਨਹੀਂ। ਉਹ ਕਹਿੰਦੇ ਉਹ ਸਾਡੀ ਪਾਰਟੀ ਦੇ ਨਹੀਂ ਨੇ, ਉਹ ਕਹਿੰਦੇ ਦੂਜੀ ਪਾਰਟੀ ਦੇ, ਪਰ ਹੈ ਤੇ ਗਵਰਨਮੈਂਟ ਦਾ ਪਾਰਟੀ ਨੇ ਨਾ। ਆਫਟਰ ਆਲ ਪ੍ਰਾਈਮ ਮਿਨਿਸਟਰ ਇਜ਼ ਰਿਸਪੌਂਸਿਬਲ ਫॉर ਐਵਰੀ ਮਿਨਿਸਟਰ, ਵੈਦਰ ਹੀ ਔਰ ਸ਼ੀ ਇਜ਼ ਫਰਮ देयर ਪਾਰਟੀ ਔਰ ਨਾਟ। ਉਹਨਾਂ ਦੀ ਪਾਰਟੀ ਤੋਂ ਹੈ ਕਿ ਨਹੀਂ ਹੈ, ਪਰ ਹੈ ਤੇ ਕਰਾਊਨ ਦੇ ਮਿਨਿਸਟਰ ਨਾ, ਔਰ ਕਰਾਊਨ ਦੇ ਮਿਨਿਸਟਰ ਦੇ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਦੀ ਸਾਰੀ ਜ਼ਿੰਮੇਵਾਰੀ ਬਣਦੀ ਜੀ। ਇਹ ਤੇ ਉਹੀ ਗੱਲ ਹੈ ਕਿ ਬਈ ਇਸ ਦਾ ਮਤਲਬ ਕਿ ਵਿੰਸਟਨ ਪੀਟਰ ਦੇ ਉੱਤੇ ਕੋਈ ਲਗਾਮ ਹੀ ਨਹੀਂ ਹੈ। ਪ੍ਰਧਾਨ ਮੰਤਰੀ ਇਹ ਗੱਲ ਨੂੰ ਮੰਨਦੀ ਹੈ ਕਿ ਮੇਰੀ ਤਾਂ ਲਗਾਮ ਹੀ ਨਹੀਂ ਉਹਦੇ ਤੇ, ਮੈਂ ਕੁਝ ਕਰ ਸਕਦੀ ਹਾਂ ਕਿ ਨਹੀਂ। ਸੋ ਇੱਥੇ ਬਖਸ਼ੀ ਜੀ, ਇੱਥੇ ਇਹਦੇ ਨਾਲ ਹੀ ਜਿਹੜੀ ਮੈਂ ਅਗਲਾ ਸਵਾਲ ਤੁਹਾਨੂੰ ਪੁੱਛਾਂਗਾ ਥੋੜਾ ਇਸ ਦੇ ਨਾਲ ਹੀ ਰਿਲੇਟਡ ਹੈ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਤੁਹਾਡੇ ਹਲਕੇ ਦੇ ਬਾਰੇ ਮੈਂ ਪਹਿਲਾਂ ਪੁੱਛ ਲਵਾਂ, ਕਿਉਂਕਿ ਹਲਕੇ ਦੇ ਨੂੰ ਲੈ ਕੇ ਜਿਹੜੀ ਉਹ ਕਾਫੀ ਕਨਫਿਊਜ਼ਨ ਹੈ। ਪਹਿਲਾਂ ਮੈਨੇ ਕੋ ਈਸਟ ਜਿਹੜਾ ਹਲਕਾ ਹੋਇਆ ਕਰਦਾ ਸੀ, ਹੁਣ ਪੈਮਿਓਰ ਓਟਾਹੂ ਹੈ, ਕਿ ਇਹਨਾਂ ਦੀ ਹੱਦਬੰਦੀ ਦੇ ਵਿੱਚ ਕੋਈ ਫਰਕ ਹੈ ਜਾਂ ਕੀ ਹੱਦਬੰਦੀ ਜਿਹੜੀ ਚੇਂਜ ਕੀਤੀ ਗਈ ਹੈ? ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਹੈ ਉਹ ਕਨਫਿਊਜ਼ਨ ਜਿਹੜੀ ਦੂਰ ਹੋਣੀ ਜ਼ਰੂਰੀ ਹੈ। ਬਿਲਕੁਲ, ਐਕਚੁਅਲੀ ਹਰ 5 ਸਾਲ ਜਦ ਸੈਂਸਸ ਹੁੰਦੇ ਨੇ, ਉਸ ਤੋਂ ਬਾਅਦ ਜਿਹੜੀ ਬਾਉਂਡਰੀਜ਼ ਨੇ ਉਹਦੇ ਵਿੱਚ ਕੁਝ ਨਾ ਕੁਝ ਫੇਰ ਬਦਲ ਕਰਕੇ, ਕਿਉਂਕਿ ਐਵਰੇਜ ਜਿਹੜੀ ਕਨਸਟੀਚੁਐਂਸੀ ਹੈ ਉਹਦਾ ਤਕਰੀਬਨ 55,000 ਤੋਂ 60,000 ਦੇ ਕਰੀਬ ਪੋਪੂਲੇਸ਼ਨ ਜੋ ਹੈ ਉਹਦੇ ਵਿੱਚ ਰੱਖੀ ਜਾਂਦੀ ਹੈ। ਤੇ ਇਹਦੇ ਵਿੱਚੋਂ ਪਾਪਾਟੋਏ ਵਿੱਚ ਜੋ ਕੁਝ ਏਰੀਆ ਹੈਗਾ ਜਿਹੜਾ ਖਾਸ ਤੌਰ ਤੇ ਪੁਈਨੀਅਰ ਰੋਡ ਦੇ ਆਸ-ਪਾਸ ਦਾ ਏਰੀਆ ਹੈਗਾ, ਉਹ ਇੱਥੋਂ ਦੀ ਕੱਢ ਕੇ ਤੇ ਮਨਰੇਵਾ 'ਚ ਪਾ ਦਿੱਤਾ ਗਿਆ। ਔਰ
ਉਧਰੋਂ ਦੀ ਪੈਨਮਿਊਰ ਦਾ ਏਰੀਆ ਜੋ ਮੰਗ ਕੇ ਵਿੱਚ ਹੈਗਾ ਸੀਗਾ ਉੱਥੋਂ ਦੀ ਹਟਾ ਕੇ ਤੇ ਇਸ ਏਰੀਆ ਦੇ ਵਿੱਚ ਪਾਤਾ ਹੈ। ਕਨਸਟੀਚੁਐਂਸੀ ਮਨਕਾਓ ਈਸਟ ਨੂੰ ਰੀਨੇਮ ਕਰ ਦਿੱਤਾ ਗਿਆ, ਉਸ ਦੀ ਰੀਬ੍ਰਾਂਡਿੰਗ ਕਰਤੀ ਗਈ ਹੈ ਔਰ ਉਸ ਨੂੰ ਪੈਨਮਿਊਰ ਓਟਾਹੂ ਇਲੈਕਟ੍ਰੇਟ ਬਣਾ ਦਿੱਤਾ ਗਿਆ ਔਰ ਉਹਦੇ ਵਿੱਚ ਹਜੇ ਵੀ ਪਾਪਾਟੋਏ, ਓਟਾਰਾ, ਓਟਾਹੂ ਔਰ ਪੈਨਮਿਊਰ ਇਹ ਸਭ ਨੂੰ ਮਿਲਾ ਕੇ ਇਹ ਨਵੀਂ ਇਲੈਕਟ੍ਰੇਟ ਜਿਹੜੀ ਹੈ ਉਹ ਬਣ ਗਈ, ਜਿਵੇਂ ਕਿ ਤਾਕਾਨੀਨੀ ਦੀ ਜਿਹੜੀ ਨਵੀਂ ਇਲੈਕਟ੍ਰੇਟ ਹੋਈ ਹੈ ਕਿਉਂਕਿ ਪੋਪੂਲੇਸ਼ਨ ਜਿਹੜੀ ਹੈ ਉਹ ਉਸ ਏਰੀਆ ਦੇ ਵਿੱਚ ਨਵੀਂ ਸਬ ਡਿਵੀਜ਼ਨਸ ਹੋਣ ਕਰਕੇ ਕਾਫੀ ਵੱਧ ਗਈ ਸੀ। ਕੁਝ ਹਿੱਸਾ ਮਨਰੇਵਾ ਤੋਂ ਕੱਢਿਆ ਗਿਆ, ਪਾਪਾਕੁਰਾ ਤੋਂ ਕੱਢਿਆ ਗਿਆ ਔਰ ਕੁਝ ਹਿੱਸਾ ਹਨੂਆ ਤੋਂ ਕੱਢ ਕੇ ਜੀ ਇਹਦੇ ਵਿੱਚ ਪਾ ਦਿੱਤਾ ਗਿਆ ਜੀ। ਜਿਵੇਂ ਹਨੂਆ ਦੇ ਵੀ ਰੀਨੇਮ ਹੋ ਗਿਆ ਔਨ ਪੋਰਟ ਵਾਈਕਾਟੋ ਹੋ ਗਈ ਜੀ ਜੀ। ਸੋ ਬਖਸ਼ੀ ਜੀ ਜਿਹੜਾ ਅਗਲਾ ਸਵਾਲ ਹੈ ਇਹ ਕਿਉਂਕਿ ਮੈਨੂੰ ਅੱਜ ਜਿਹੜੇ ਫੇਸਬੁੱਕ ਤੇ ਵੀ ਕੁਝ ਜਿਹੜੇ ਸੱਜਣਾ ਨੇ ਸਵਾਲ ਕੀਤੇ ਸੀ ਕਿ ਤੁਹਾਡੇ ਕੋਲੋਂ ਜਿਹੜੇ ਪੁੱਛੇ ਜਾਣ ਉਸ ਦੇ ਵਿੱਚ ਵੀ ਤੇ ਕਮਿਊਨਿਟੀ ਦੇ ਵੱਲੋਂ ਇੰਜ ਲੱਗਦਾ ਹੈ ਕਿ ਜਿਵੇਂ ਤੁਸੀਂ ਹੁਣ ਸ਼ੇਨ ਜੋਨਸ ਦੀ ਗੱਲ ਕੀਤੀ, ਜਿਹੜੇ ਉਹਨਾਂ ਨੇ ਰੇਸਿਸਟ ਕਮੈਂਟ ਕੀਤੇ, ਭਾਰਤੀ ਭਾਈਚਾਰੇ ਦੇ ਵਿੱਚ ਬਹੁਤ ਗੁੱਸਾ ਸੀ ਉਸ ਸਮੇਂ ਔਰ ਇੱਕ ਗੁੱਸੇ ਦੀ ਬਹੁਤ ਵੱਡੀ ਲਹਿਰ ਜਿਹੜੀ ਉਸ ਸਮੇਂ ਜਿਹੜੀ ਉਹ ਦਿਖਾਈ ਦਿੱਤੀ। ਭਾਰਤੀ ਭਾਈਚਾਰਾ ਜਿਹੜਾ ਉਹ ਖੁਦ ਜਿਹੜਾ ਉਹਨਾਂ ਨੂੰ ਸੜਕਾਂ ਤੇ ਵੀ ਜਿਹੜਾ ਆਉਣਾ ਪਿਆ ਤੇ ਜਿਹੜੇ ਇਮੀਗ੍ਰੇਸ਼ਨ ਆਫੀਸ਼ੀਅਲ ਦੇ ਨਾਲ ਆਪਣੇ ਤੌਰ ਤੇ ਜਿਸ ਤਰ੍ਹਾਂ ਵੀ ਸੀਗਾ ਉਹ ਆਪਣੇ ਤੌਰ ਤੇ ਉਤਰੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਨ ਦੇ ਲਈ ਕਿ ਕਿਉਂਕਿ ਉਸ ਸਮੇਂ ਇਮੀਗ੍ਰੇਸ਼ਨ ਦਾ ਵੀ ਇਸ਼ੂ ਸੀ ਔਰ ਸ਼ੇਨ ਜੋਨਸ ਦੇ ਵੱਲੋਂ ਵੀ ਜਿਹੜੇ ਕਮੈਂਟ ਜਿਹੜੇ ਸੇਮ ਟਾਈਮ ਤੇ ਜਿਹੜੇ ਉਹ ਕਰ ਦਿੱਤੇ ਗਏ ਸੀ। ਸੋ ਬੜੀ ਇੱਕ ਪਚੀਦਾ ਜਿਹੜੀ ਸਥਿਤੀ ਬਣੀ ਹੋਈ ਸੀ ਸਾਡੇ ਭਾਈਚਾਰੇ ਲਈ। ਸੋ ਭਾਈਚਾਰੇ ਦਾ ਇਹ ਦੋਸ਼ ਲੱਗਦਾ ਹੈ ਕਿ ਉਸ ਸਮੇਂ ਕਿਉਂਕਿ ਤੁਸੀਂ ਸਾਡੇ ਚੁਣੇ ਹੋਏ ਨੁਮਾਇੰਦੇ ਹੋ ਸੋ ਤੁਸੀਂ ਭਾਰਤੀ ਭਾਈਚਾਰੇ ਨੂੰ ਜਿਹੜਾ ਉਹ ਪ੍ਰੋਪਰਲੀ ਉਸ ਸਮੇਂ ਲੀਡ ਨਹੀਂ ਕੀਤਾ ਜਾਂ ਜਿਸ ਤਰੀਕੇ ਨਾਲ ਇੱਕ ਭਾਈਚਾਰੇ ਨੂੰ ਲੈ ਕੇ ਜਿਹੜਾ ਤੁਹਾਨੂੰ ਕੋਈ ਉਸ ਸਮੇਂ ਤੁਸੀਂ ਮੂਵਮੈਂਟ ਖੜੀ ਕਰ ਸਕਦੇ ਸੀ ਜਾਂ ਪ੍ਰੋਪਰਲੀ ਸਰਕਾਰ ਤੇ ਹੋਰ ਜ਼ਿਆਦਾ ਦਬਾਅ ਬਣਾ ਸਕਦੇ ਸੀ ਕਿਉਂਕਿ ਇੱਕ ਬਹੁਤ ਵੱਡਾ ਮੁੱਦਾ ਸੀ। ਅਜੇ ਤੱਕ ਪਹਿਲਾਂ ਇਸ ਤਰ੍ਹਾਂ ਜਿਹੜੇ ਰੇਸਿਸਟ ਕਮੈਂਟ ਕਿਸੇ ਇੱਕ ਮਿਨਿਸਟਰ ਦੇ ਵੱਲੋਂ ਜਿਹੜੇ ਨਹੀਂ ਕੀਤੇ ਗਏ ਸੀਗੇ। ਸੋ ਇਸ ਦੇ ਬਾਰੇ ਜਿਹੜਾ ਉਹ ਤੁਹਾਡਾ ਕੀ ਕਹਿਣਾ? ਉਹਦੇ ਵਿੱਚ ਅਗਰ ਤੁਸੀਂ ਹੈਂਡਸਾਰਟ ਦੇਖੋ ਪਾਰਲੀਮੈਂਟ ਦਾ, ਸਾਡੇ ਲੀਡਰ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਕੋਲੋਂ ਇਹ ਸਵਾਲ ਪੁੱਛੇ ਗਏ ਸਨ ਜੀ। ਜੋ ਜਵਾਬ ਤੁਸੀਂ ਦਿੱਤਾ, ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਵਿੱਚ ਵੀ ਇਹ ਜਵਾਬ ਦਿੱਤਾ ਸੀਗਾ ਕਿ ਉਹ ਮੇਰੀ ਪਾਰਟੀ ਦਾ ਬੰਦਾ ਨਹੀਂ ਹੈ, ਮੈਂ ਇਹਦੇ ਉੱਤੇ ਕੁਝ ਨਹੀਂ ਕਾਰਵਾਈ ਕਰ ਸਕਦੀ। ਇਹ ਸਵਾਲ ਸਾਡੇ ਵੱਲੋਂ, ਸਾਡੀ ਪਾਰਟੀ ਵੱਲੋਂ ਪਾਰਲੀਮੈਂਟ ਵਿੱਚ ਉਠਾਇਆ ਗਿਆ ਸੀਗਾ ਜੀ। ਸਰ ਜਿੱਦਾਂ ਸਵਾਲ ਤਾਂ ਉਠਾਇਆ ਗਿਆ ਸੀਗਾ ਲੇਕਿਨ ਲੋਕਾਂ ਦੀ ਐਕਸਪੈਕਟੇਸ਼ਨ ਸ਼ਾਇਦ ਤਵੱਜੋ ਜਿਹੜੀ ਉਹ ਤੁਹਾਡੇ ਵੱਲੋਂ ਇਹ ਜ਼ਿਆਦਾ ਸੀਗੀ ਕਿ ਤੁਸੀਂ ਸਾਡੇ ਲੀਡਰ ਹੋ ਔਰ ਤੁਸੀਂ ਲੋਕਾਂ ਨੂੰ ਕਿਸੇ ਜਿਹੜਾ ਇਸ ਤਰੀਕੇ ਨਾਲ ਜਿਹੜੀ ਉਹ ਲੀਡ ਕਰੋ ਤਾਂ ਕਿ ਜਿਹੜਾ ਸਰਕਾਰ ਤੇ ਹੋਰ ਜ਼ਿਆਦਾ ਪ੍ਰੈਸ਼ਰ ਬਣੇ, ਭਾਰਤੀ ਭਾਈਚਾਰੇ ਦੀ ਜਿਹੜੀ ਆਵਾਜ਼ ਹੈ ਉਹ ਤੁਹਾਡੇ ਮੂੰਹੋਂ ਜਿਹੜੀ ਪਾਰਲੀਮੈਂਟ ਦੇ ਵਿੱਚ ਜਿਹੜੀ ਉਹ ਗੂੰਜੇ। ਔਰ ਉਸ ਸਿਲਸਿਲੇ ਦੇ ਵਿੱਚ ਮੈਂ ਆਪਣੀ ਜਿਹੜੀ ਜਨਰਲ ਡਿਬੇਟ ਸੀ ਉਹਦੇ ਵਿੱਚ ਨਿਊਜ਼ੀਲੈਂਡ ਫਰਸਟ ਕੋਲੋਂ ਇਹ ਸਵਾਲ ਪੁੱਛੇ ਸਨ। ਅੱਛਾ ਜੀ। ਕਿ ਦੱਸੋ ਕਿ ਇਹ ਕਮੈਂਟਸ ਕਿਉਂ ਕੀਤੇ ਗਏ ਨੇ ਔਰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇੰਡੀਅਨਸ ਨੂੰ। ਅੱਛਾ ਜੀ। ਤੁਹਾਡੇ ਵੱਲੋਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਕਈ ਵਾਰ ਲੋਕਾਂ ਦੇ ਨਜ਼ਰ ਵਿੱਚ ਨਹੀਂ ਆਉਂਦੀਆਂ ਪਰ ਸਾਡੇ ਵੱਲੋਂ ਲਗਾਤਾਰ ਪਾਰਲੀਮੈਂਟ ਦੇ ਵਿੱਚ ਯਾਨੀ ਕਿ ਤੁਹਾਡੇ ਵੱਲੋਂ ਇਹ ਸਵਾਲ ਜਿਹੜਾ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਸੀ। ਪਰਸਨਲੀ ਮੈਂ ਸਵਾਲ ਮੇਰੇ ਵੱਲੋਂ ਨਹੀਂ ਪਰ ਲੀਡਰ ਵੱਲੋਂ ਕੀਤਾ ਗਿਆ ਸੀਗਾ। ਪਰ ਜਨਰਲ ਡਿਬੇਟ ਦੇ ਵਿੱਚ ਮੈਂ ਪਾਰਟਿਸਿਪੇਟ ਕਰਦੇ ਹੋਏ ਜਦ ਮੇਰੀ ਸਪੀਚ ਸੀਗੀ ਉਹਦੇ ਵਿੱਚ ਮੈਂ ਇਹ ਸਵਾਲ ਕੀਤਾ ਗਿਆ ਸੀ ਜੀ। ਮੈਨੂੰ ਜਨਰਲ ਡਿਬੇਟ ਦੇ ਅੰਦਰ ਸਵਾਲ ਜਵਾਬ ਨਹੀਂ ਹੁੰਦੇ ਜੀ ਜੀ। ਸੋ ਇਹ ਇਸ ਦੇ ਜਦੋਂ ਤੁਸੀਂ ਇਹ ਜਿਹੜਾ ਸਵਾਲ ਕੀਤਾ ਇਸ ਦਾ ਕੋਈ ਤੁਹਾਨੂੰ ਜਵਾਬ ਠੋਸ ਮਿਲਿਆ ਜਾਂ ਕੋਈ? ਮੈਂ ਦੱਸਿਆ ਨਾ ਕਿ ਜਨਰਲ ਡਿਬੇਟ ਦੇ ਸਵਾਲ ਜਵਾਬ ਡਾਇਰੈਕਟਲੀ ਨਹੀਂ ਮਿਲਦੇ ਬਟ ਤੁਸੀਂ ਇਹ ਪੁਆਇੰਟ ਰੇਜ਼ ਕਰ ਲੈਂਦੇ ਹੋ ਕਿ ਵੀ ਇਹ ਚੀਜ਼ ਜਿਹੜੀ ਹੈ ਇਹ ਗਲਤ ਹੋ ਰਹੀ ਹੈ। ਸੋ ਸਰ ਇਹ ਬਹੁਤ ਪਹਿਲੀ ਵਾਰ ਜਿਹੜੀ ਅਜਿਹੋ ਜੀ ਅਜੀਬੋ ਗਰੀਬ ਸਥਿਤੀ ਦੇਖਣ ਨੂੰ ਮਿਲੀ ਕਿ ਸਾਡਾ ਭਾਈਚਾਰਾ ਜਿਹੜਾ ਕਿ ਨੰਬਰ ਦੇ ਵਿੱਚ ਇੰਨਾ ਜ਼ਿਆਦਾ ਹੈ। ਸੋ ਇੱਥੇ ਹੁਣ ਕਹਿ ਲਓ ਕਿ 2% ਤੋਂ ਜ਼ਿਆਦਾ ਸਾਡੀ ਵੋਟ ਹੈ ਔਰ ਇੱਥੇ ਸਾਨੂੰ ਮਤਲਬ ਇੰਨੇ ਹਲਕੇ ਦੇ ਵਿੱਚ ਲਿਆ ਜਾਂਦਾ ਹੈ। ਸੋ ਕੀ ਕੀਤਾ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਜੇਕਰ ਹੁਣ ਪਾਰਲੀਮੈਂਟ ਦੇ ਵਿੱਚ ਦੁਬਾਰਾ ਜਾਂਦੇ ਹੋ, ਜਾਂ ਕੀ ਅਜਿਹਾ ਕੀਤਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਿਨਿਸਟਰਸ ਜਾਂ ਕੋਈ ਹੋਰ ਅਜਿਹੇ ਕੋਈ ਹੋਰ ਜਿਹੜੇ ਰਿਪਰੈਜ਼ੈਂਟੇਟਿਵ ਨੇ ਦੂਜੇ ਹਲਕਿਆਂ ਦੇ ਉਹ ਭਾਰਤੀ ਭਾਈਚਾਰੇ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਨਿਸ਼ਾਨਾ ਨਾ ਬਣਾਉਣ, ਅਜਿਹੀਆਂ ਨਸਲੀ ਟਿੱਪਣੀਆਂ ਨਾ ਕਰਨ? ਦੇਖੋ ਓਵਰਆਲ ਜਿਹੜੀ ਅਵੇਅਰਨੈਸ ਹੈ ਉਹ ਬਹੁਤ ਲਿਆਉਣ ਦੀ ਲੋੜ ਹੈਗੀ। ਅਜੇ ਵੀ ਕਈ ਜਗ੍ਹਾਵਾਂ ਤੇ ਖਾਸ ਤੌਰ ਤੇ ਕੁਝ ਰਿਮੋਟ ਏਰੀਆਜ਼ ਵਿੱਚ ਜਾਣਾ ਵਾ ਮੈਂ, ਉੱਥੇ ਵੀ ਹਜੇ ਲੋਕਾਂ ਨੂੰ ਇਹ ਭੁਲੇਖਾ ਹੈਗਾ ਕਿ ਇੰਡੀਅਨਸ ਦੀ ਇੰਨੀ ਕੰਟਰੀਬਿਊਸ਼ਨ ਨਹੀਂ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਅੱਜ ਗਿਸਬਨ ਤੋਂ ਆਇਆ ਤੇ ਉਹਨਾਂ ਨੂੰ ਜਦ ਮੈਂ ਦੱਸਿਆ ਕਿ ਸਾਡੀ ਕੀ ਕੰਟਰੀਬਿਊਸ਼ਨ ਹੈ, ਕਿੰਨਾ ਇਕਨੋਮੀ ਨੂੰ ਅਸੀਂ ਪੇ ਕਰ ਰਹੇ ਹਾਂ ਔਰ ਜਿਸ ਤਰ੍ਹਾਂ ਨਾਲ ਸਾਡਾ ਉੱਥੇ ਭਾਈਚਾਰਾ ਜਿਹੜਾ ਪ੍ਰਫੁੱਲਿਤ ਹੋ ਰਿਹਾ ਉਹ ਦੇਖ ਕੇ ਹੈਰਾਨ ਹੁੰਦੇ ਨੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਮੇਂ ਦੇ ਨਾਲ ਅਵੇਅਰਨੈਸ ਆਏਗੀ। ਅਸੀਂ 1890 ਵਿੱਚ 2 ਭਰਾਵਾਂ ਤੋਂ ਸ਼ੁਰੂ ਹੋਏ ਸੀਗੇ ਔਰ ਇੱਥੇ ਤੱਕ ਪਹੁੰਚ ਗਏ ਹਾਂ। ਇਵੈਂਚੁਅਲੀ ਸਾਡੀ ਜਿਹੜੀ ਛਵੀ ਜਿਹੜੀ ਹੈ ਉਹਦੇ ਵਿੱਚ ਕਾਫੀ ਵਾਧਾ ਹੋਇਆ। ਟਾਈਮ ਲੱਗ ਰਿਹਾ ਪਰ ਡੈਫੀਨੇਟਲੀ ਮੈਂ ਇਹ ਤੁਹਾਨੂੰ ਕਹਿ ਸਕਦਾ ਵਾਂ ਕਿ ਮੇਰੇ ਵੱਲੋਂ ਲਗਾਤਾਰ ਇਹ ਅਵੇਅਰਨੈਸ ਲਿਆਂਦੀ ਜਾ ਰਹੀ ਹੈ ਔਰ ਮੈਂ ਇਹ ਵੀ ਆਸ਼ਵਾਸਨ ਦੇਣਾ ਚਾਹਾਂਗਾ ਕਿ ਅਗਰ ਸਾਡੀ ਸਰਕਾਰ ਬਣਦੀ ਹੈ
ਤੇ ਜਿਹੜਾ ਐਥਨਿਕ ਕਮਿਊਨਿਟੀਜ਼ ਦਾ ਜਿਹੜਾ ਪੋਰਟਫੋਲੀਓ ਹੋਏਗਾ ਉਹਦੇ ਵਿੱਚ ਇਹ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਜਿਤਨੀ ਵੀ ਐਥਨਿਸਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਮੁਕੰਮਲ ਜਿਹਨੂੰ ਕਹੀਦਾ ਹੈ ਕਿ ਇੱਕ ਐਡਵਾਂਟੇਜ ਮਿਲੇ ਔਰ ਉਹਨਾਂ ਨੂੰ ਇੰਪੋਰਟੈਂਸ ਮਿਲੇ ਕਿ ਉਹ ਕੀ ਕੰਟਰੀਬਿਊਟ ਕਰ ਰਹੇ ਨੇ ਇਸ ਮੁਲਕ ਦੇ ਅੰਦਰ। ਠੀਕ ਹੈ ਬਖਸ਼ੀ ਜੀ, ਸਭ ਤੋਂ ਅਹਿਮ ਸਵਾਲ ਜਿਹੜਾ ਇਸ ਸਮੇਂ ਦਾ ਇਹ ਹੈ, ਸਾਡੇ ਭਾਈਚਾਰੇ ਦੀ ਇਹ ਵੀ ਇਸ ਸਮੇਂ ਥੋੜੀ ਜਿਹੀ ਨਾਰਾਜ਼ਗੀ ਹੈ ਜਿਹੜੀ ਕਿ ਸਾਡੇ ਲੀਡਰਸ ਦੇ ਨਾਲ ਹੀ ਹੋਣੀ ਓਬਵੀਅਸ ਹੈ, ਜਿਹੜੀ ਕਿ ਖਾਸ ਤੌਰ ਤੇ ਤੁਹਾਡੇ ਨਾਲ ਵੀ ਉਹ ਕਹਿ ਰਹੇ ਨੇ, ਮੈਨੂੰ ਸਵਾਲ ਵੀ ਜਿਹੜੇ ਪਹੁੰਚੇ ਨੇ ਉਹ ਕਹਿ ਰਹੇ ਨੇ ਕਿ ਇਸ ਵਕਤ ਜਿਹੜੀ ਸਭ ਤੋਂ ਜ਼ਿਆਦਾ ਪਚੀਦਾ ਸਥਿਤੀ ਮਾਈਗ੍ਰੈਂਟ ਵਰਕਰਸ ਦੀ ਜਿਹੜੀ ਬਣੀ ਹੋਈ ਹੈ, ਸਾਡੇ ਟੈਂਪਰੇਰੀ ਵੀਜ਼ਾ ਹੋਲਡਰ ਜਿਹੜੇ ਸਾਡੇ ਭੈਣਾਂ ਭਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਹੜੇ ਕਿ 10-10 ਸਾਲ ਤੋਂ ਜਿਹੜੇ ਨੇ ਉਹ ਇੱਥੇ ਰਹਿ ਰਹੇ ਨੇ, ਉਹਨਾਂ ਦੇ ਬੱਚੇ ਵੀ ਜਿਹੜੇ ਨੇ ਉਹ ਇੱਥੇ ਪੈਦਾ ਹੋਏ ਨੇ ਔਰ ਅਜਿਹੀ ਅਜੀਬੋ-ਗਰੀਬ ਸਥਿਤੀ ਬਣ ਗਈ ਹੈ ਕਿ ਉਹਨਾਂ ਨੂੰ ਵਾਪਸ ਆਉਣ ਹੀ ਨਹੀਂ ਦਿੱਤਾ ਜਾ ਰਿਹਾ। ਸੋ ਸਰਕਾਰ ਤੇ ਕਿਉਂ ਪ੍ਰੈਸ਼ਰ ਨਹੀਂ ਬਣ ਰਿਹਾ ਤੁਹਾਡੇ ਵੱਲੋਂ, ਕਿਉਂ ਅਜਿਹੀ ਕੋਈ ਆਵਾਜ਼ ਜਿਹੜੀ ਆ ਜਾਂ ਕੋਈ ਅਜਿਹਾ ਦਬਾਅ ਜਿਹੜਾ ਸਰਕਾਰ ਤੇ ਜਿਹੜਾ ਹਾਲੇ ਤੱਕ ਜਿਹੜਾ ਨਹੀਂ ਬਣਾਇਆ ਗਿਆ ਕਿ ਸਾਡੇ ਉੱਥੇ ਭਾਰਤ ਦੇ ਜਿਹੜੇ ਵਿੱਚ ਫਸੇ ਹੋਏ ਭੈਣਾਂ ਭਰਾ ਨੇ ਉਹਨਾਂ ਨੂੰ ਇੱਥੇ ਜਿਹੜੀ ਉਹਨਾਂ ਦੀ ਲਿਆ ਕੇ ਹੈਲਪ ਕੀਤੀ ਜਾ ਸਕੇ? ਦੇਖੋ ਮਿੰਟੂ ਜੀ, ਇਹਦੇ ਵਿੱਚ ਨਾ ਬਹੁਤ ਸਾਰੇ ਪਹਿਲੂ ਨੇ, ਇਸ ਚੀਜ਼ ਦੇ ਉੱਤੇ ਸਾਨੂੰ ਗੌਰ ਕਰਨ ਦੀ ਲੋੜ ਹੈਗੀ। ਪਹਿਲੀ ਗੱਲ ਕਿ ਜਿਹੜੇ ਸਾਡੇ ਉੱਥੇ ਸਿਟੀਜ਼ਨ ਔਰ ਪਰਮਾਨੈਂਟ ਰੈਜ਼ੀਡੈਂਟ ਫਸੇ ਹੋਏ ਸੀਗੇ ਉਹਦੇ ਲਈ ਲਗਾਤਾਰ ਮੇਰੀ ਕੋਰਸਪੋਂਡੈਂਸ ਜਿਹੜੀ ਹੈ ਨਿਊਜ਼ੀਲੈਂਡ ਸਰਕਾਰ ਨਾਲ ਵੀ ਔਰ ਭਾਰਤ ਸਰਕਾਰ ਨਾਲ ਵੀ ਹੋਈ ਔਰ ਜਿਸ ਦਾ ਨਤੀਜਾ ਹੋਇਆ ਕਿ ਇੱਥੋਂ ਦੀ ਜਿਹੜੀ 3 ਫਲਾਈਟਸ ਆਰਗੇਨਾਈਜ਼ ਕੀਤੀਆਂ ਗਈਆਂ ਏਅਰ ਨਿਊਜ਼ੀਲੈਂਡ ਦੀਆਂ ਔਰ ਉਸ ਤੋਂ ਬਾਅਦ ਏਅਰ ਇੰਡੀਆ ਦੀ ਜਿਹੜੀ ਫਲਾਈਟਸ ਆਰਗੇਨਾਈਜ਼ ਕੀਤੀਆਂ ਗਈਆਂ ਉਹਦੇ ਵਿੱਚ ਜਿਹੜੀ ਮੇਰੀ ਕੋਰਸਪੋਂਡੈਂਸ ਜਿਹੜਾ ਪ੍ਰੈਸ਼ਰ ਬਣਾਇਆ ਗਿਆ ਉਸ ਦਾ ਨਤੀਜਾ ਸੀਗਾ ਕਿ ਇਹ ਹੋ ਸਕਿਆ। ਹੁਣ ਜਿੱਥੇ ਤੱਕ ਮਾਈਗ੍ਰੈਂਟ ਵਰਕਰਸ ਦੀ ਗੱਲ ਹੈ, ਤੁਹਾਨੂੰ ਸਟੈਟਸ ਪਤਾ ਹੀ ਹੋਣਗੇ ਕਿ ਸਿਰਫ ਅਪ੍ਰੈਲ ਦੇ ਮਹੀਨੇ ਵਿੱਚ 40,000 ਨਿਊਜ਼ੀਲੈਂਡਰਸ ਜੋ ਨੇ ਉਹਨਾਂ ਅਨਐਮਪਲੋਇਮੈਂਟ ਦੇ ਉੱਤੇ ਚਲੇ ਗਏ ਨੇ। ਬਿਲਕੁਲ। ਔਰ ਬਹੁਤ ਸਾਰੇ ਲੋਕ ਜਿਹੜੇ ਨੇ EMPLOYEES ਉਹ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਵਰਕਰਸ ਜਿਹੜੇ ਇੰਡੀਆ ਵਿੱਚ ਫਸੇ ਹੋਏ ਨੇ, ਚਾਹੇ ਉਹ ਕਿਸੇ ਕਾਰਨ ਨਾਲ ਗਏ ਸਨ, ਉਹਨਾਂ ਨੂੰ ਅਸੀਂ ਵਾਪਸ ਲਿਆਇਆ ਜਾ ਸਕੇ। ਮੈਂ 29 ਅਪ੍ਰੈਲ ਨੂੰ ਇੱਕ ਚਿੱਠੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਇਸ ਸਿਲਸਿਲੇ ਵਿੱਚ ਲਿਖੀ ਸੀਗੀ ਜਿਹਦਾ ਅੱਜ ਤੱਕ ਮੈਨੂੰ ਕੋਈ ਜਵਾਬ ਨਹੀਂ ਆਇਆ। ਅੱਛਾ ਜੀ। ਅੱਜ ਬਾਈ ਚਾਂਸ ਅੱਜ ਵੀ ਕਿਉਂਕਿ ਮੈਂ ਗਿਸਬਨ ਤੋਂ ਹੋ ਕੇ ਆਇਆ, ਉੱਥੇ ਇਹ ਪੁਆਇੰਟ ਰੇਜ਼ ਕੀਤੇ ਗਏ ਜੀ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਜਿਹੜੇ ਬਹੁਤ ਸਾਰੀਆਂ ਮੈਨੂੰ ਅੱਜ ਹੀ ਈਮੇਲਸ ਆਈਆਂ ਮਾਈਗ੍ਰੈਂਟਸ ਵੱਲੋਂ, ਉਹਨੂੰ ਦੋਨਾਂ ਨੂੰ ਚੀਜ਼ਾਂ ਨੂੰ ਮੈਂ ਬੈਲੈਂਸ ਕਰਦੇ ਹੋਏ ਅੱਜ ਫਿਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਚਿੱਠੀ ਲਿਖ ਕੇ ਆਇਆ। ਅੱਛਾ ਜੀ। ਕਿ ਤੁਸੀਂ ਦੱਸੋ ਕਿ ਜਿਹੜੇ ਪਹਿਲੀ ਗੱਲ ਜਿਹੜੇ ਇੱਥੇ ਦੇ ਸਿਟੀਜ਼ਨਸ ਨੇ ਜਾਂ ਪਰਮਾਨੈਂਟ ਰੈਜ਼ੀਡੈਂਟ ਨੇ ਉਹ ਸ਼ਾਦੀਆਂ ਕਰਾ ਕੇ ਆਏ ਨੇ ਜਾਂ ਉਹਨਾਂ ਦੀ ਫੈਮਿਲੀਜ਼ ਦੇ ਵੀਜ਼ੇ ਅਪਰੂਵ ਹੋਏ ਨੇ, ਉਹਨਾਂ ਨੂੰ ਇੱਥੇ ਨਹੀਂ ਆਇਆ ਦਿੱਤਾ ਜਾ ਰਿਹਾ, ਉਹਦਾ ਜਵਾਬ ਦਿਓ ਕਿ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਉਹਦਾ ਕੀ ਹੱਲ ਹੋਏਗਾ। ਦੂਸਰਾ ਜਿਹੜੇ ਮਾਈਗ੍ਰੈਂਟ ਵਰਕਰਸ ਔਰ ਖਾਸ ਤੌਰ ਤੇ ਉਹਨਾਂ ਦੇ EMPLOYEES ਇਹ ਸਵਾਲ ਮੈਨੂੰ ਪੁੱਛ ਰਹੇ ਨੇ ਕਿ ਅਸੀਂ ਆਪਣੇ ਬੰਦੇ ਨੂੰ ਚਾਹੁੰਦੇ ਹਾਂ ਕਿਉਂਕਿ ਅਸੀਂ ਉਹਨੂੰ ਟ੍ਰੇਨਡ ਕੀਤਾ ਹੋਇਆ, ਉਹ ਸਾਡੇ ਕੋਲ ਕਈ ਸਾਲਾਂ ਤੋਂ ਕੰਮ ਕਰ ਰਿਹਾ, ਉਸ ਬੰਦੇ ਦੀ ਸਾਨੂੰ ਲੋੜ ਹੈਗੀ, ਸਾਨੂੰ ਕਿਉਂ ਨਹੀਂ ਲਿਆਉਣ ਦਿੱਤਾ ਜਾ ਰਿਹਾ। ਔਰ ਤੀਸਰਾ ਜਿਹੜੇ ਮਾਈਗ੍ਰੈਂਟ ਵਰਕਰਸ ਜਿਨ੍ਹਾਂ ਦੇ ਵੈਲਿਡ ਵੀਜ਼ਾ ਸਨ, ਚਾਹੇ ਉਹ ਨਿਊਜ਼ੀਲੈਂਡ ਵਿੱਚ ਸਨ, ਚਾਹੇ ਉਹ ਇੰਡੀਆ ਜਾਂ ਕਿਸੇ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਸਨ, ਮੈਂ ਮਾਈਗ੍ਰੈਂਟ ਵਰਕਰਸ ਕਹਿ ਰਿਹਾ, ਉਹਨਾਂ ਦੇ ਸਭ ਦੇ ਬਿਹਾਵ ਦੇ ਉੱਤੇ ਮੈਂ ਅੱਜ ਚਿੱਠੀ ਲਿਖ ਕੇ ਆਇਆ ਔਰ ਉਮੀਦ ਕਰਦਾ ਹਾਂ ਕਿ ਮਿਨਿਸਟਰ ਕੁਝ ਨਾ ਕੁਝ ਜਵਾਬ ਦੇਗਾ। ਪਰ ਮੈਨੂੰ ਬੜੀ ਡਿਸਅਪਾਇੰਟਮੈਂਟ ਹੈ ਕਿ ਮਿਨਿਸਟਰ ਜਿਹੜਾ ਹੈਗਾ ਬਹੁਤ ਲੰਬਾ ਟਾਈਮ ਲੈਂਦਾ ਹੈ। ਮੈਂ ਇੱਕ ਹੋਰ ਐਗਜ਼ਾਮਪਲ ਦੇਣਾ ਕਿ ਤੁਹਾਨੂੰ ਯਾਦ ਹੋਏਗਾ ਕਿ ਅਫਗਾਨਿਸਤਾਨ ਵਿੱਚ ਜੋ ਪਿੱਛੇ ਇਨਸੀਡੈਂਟ ਹੋਇਆ, ਜੀ ਮੈਨੂੰ ਪਤਾ ਜੀ, ਉਹ ਚੀਜ਼ ਜਿਹੜੀ ਹੈ ਮੈਂ ਅੱਜ ਤੋਂ ਤਕਰੀਬਨ 3 ਸਾਲ ਪਹਿਲੇ ਤਾਂ ਨੈਸ਼ਨਲ ਸਰਕਾਰ ਸੀ, ਮਿਨਿਸਟਰ ਨਾਲ ਗੱਲ ਕੀਤੀ, ਉਹਨਾਂ ਨੇ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ। ਉਹ ਪਾਇਲਟ ਪ੍ਰੋਗਰਾਮ 2 ਸਾਲ ਚੱਲਣ ਤੋਂ ਬਾਅਦ ਉਹਦੇ ਨਤੀਜੇ ਦੇ ਉੱਤੇ ਬੇਸ ਕਰਕੇ ਅੱਗੇ ਦੀ ਪਾਲਿਸੀ ਬਣਾਈ ਜਾਣੀ ਸੀਗੀ। ਹਜੇ ਤੱਕ ਉਹਦੇ ਉੱਤੇ ਵੀ ਕੁਝ ਨਹੀਂ ਕੀਤਾ ਗਿਆ। ਇੱਥੋਂ ਸੁਪਰੀਮ ਸਿੱਖ ਸੁਸਾਇਟੀ ਔਰ तमाम ਗੁਰੂ ਘਰਾਂ ਨੇ ਮਿਲ ਕੇ ਇੱਕ ਰਿਪਰੈਜ਼ੈਂਟੇਸ਼ਨ ਤਿਆਰ ਕੀਤੀ ਜਿਹੜੀ ਮੈਂ ਮਿਨਿਸਟਰ ਤੱਕ ਪਹੁੰਚਾਈ ਹੈ ਕਿ ਅਸੀਂ ਰਿਫਿਊਜੀਆਂ ਨੂੰ ਲੈਣ ਲਈ ਤਿਆਰ ਹਾਂ ਔਰ ਕਮਿਊਨਿਟੀ ਜੋ ਹੈ ਉਸ ਨੂੰ ਦੇਖਭਾਲ ਕਰਨ ਲਈ ਵੀ ਤਿਆਰ ਹੈ। ਉਹਦੇ ਵਿੱਚ ਮੀਡੀਆ ਨੇ ਵੀ ਸਪੋਰਟ ਦਿੱਤੀ ਹੈ, ਬਹੁਤ ਸਾਰੀ ਆਰਗੇਨਾਈਜੇਸ਼ਨਸ ਜਿਹੜੀਆਂ ਨੌਨ ਇੰਡੀਅਨ ਆਰਗੇਨਾਈਜੇਸ਼ਨਸ ਨੇ ਉਹਨਾਂ ਨੇ ਵੀ ਸਪੋਰਟ ਦਿੱਤੀ ਹੈ, ਪਰ ਇਸ ਮਿਨਿਸਟਰ ਵੱਲੋਂ ਐਕਨੋਲੇਜਮੈਂਟ ਤੱਕ ਕੋਈ ਨਹੀਂ ਆਈ। ਬਹੁਤ ਨਿਰਾਸ਼ਤਾ ਹੈ ਮੈਨੂੰ ਕਿ ਇਹ ਜਿਹੜੀ ਸਰਕਾਰ ਹੈ ਉਂਝ ਤੇ ਕਹਿੰਦੀ ਹੈ ਕਿ ਅਸੀਂ ਰਿਫਿਊਜੀਆਂ ਲਈ ਵੀ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਅਸੀਂ ਹਿਊਮੈਨਿਟੇਰੀਅਨ ਗਰਾਊਂਡ ਤੇ ਬਹੁਤ ਕੁਝ ਕਰਨਾ ਚਾਹੁੰਦੇ ਹਾਂ, ਪਰ ਜਦ ਮੁੱਦਾ ਆਂਦਾ ਹੈ ਉਸ ਟਾਈਮ ਤੇ ਇਹ ਕੁਝ ਨਹੀਂ ਕਰਦੇ, ਚੁੱਪਚਾਪ ਬੈਠੇ ਰਹਿੰਦੇ। ਸੋ ਬਖਸ਼ੀ ਜੀ, ਇਹ ਹੁਣ ਅਸੀਂ ਕਿਸ ਤਰ੍ਹਾਂ ਲੈ ਕੇ ਚੱਲੀਏ? ਜੇ ਨੈਸ਼ਨਲ ਪਾਰਟੀ ਦੀ ਸਰਕਾਰ ਆਉਂਦੀ ਹੈ
ਤਾਂ ਮਾਈਗ੍ਰੈਂਟ ਵਰਕਰਸ ਜਿਹੜੇ ਆਫਸ਼ੋਰ ਜਿਹੜੇ ਸਟਕ ਨੇ ਉਹਨਾਂ ਲਈ ਨੈਸ਼ਨਲ ਪਾਰਟੀ ਕੀ ਕਰੇਗੀ, ਜਾਂ ਫਿਰ ਖਾਸ ਤੌਰ ਤੇ ਜਿਹੜੇ ਸਾਡੇ ਮਾਈਗ੍ਰੈਂਟ ਵਰਕਰਸ ਦੀਆਂ ਜੋ ਇੱਥੇ ਸਮੱਸਿਆਵਾਂ ਨੇ ਉਹਨਾਂ ਲਈ ਕੀ ਨੈਸ਼ਨਲ ਪਾਰਟੀ ਨਵਾਂ ਕਰੇਗੀ, ਜਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋ, ਕੁਝ ਨਵਾਂ ਕਾਨੂੰਨ ਤੁਸੀਂ ਬਣਾਓਗੇ ਜਾਂ ਇਸ ਦੇ ਵਿੱਚ ਤਬਦੀਲੀ ਲਿਆਓਗੇ? ਜਿਵੇਂ ਤੁਸੀਂ ਰਿਫਿਊਜੀਜ਼ ਦੀ ਵੀ ਗੱਲ ਕੀਤੀ, ਜਿਨ੍ਹਾਂ ਨੂੰ ਕਿ ਇਸ ਵਕਤ ਬਹੁਤ ਬੁਰੇ ਤਰੀਕੇ ਨਾਲ ਜ਼ਰੂਰਤ ਹੈ ਇੱਥੇ ਲਿਆਉਣ ਦੀ, ਮੁੜ ਵਸੇਬਾ ਕਰਾਉਣ ਦੀ, ਜਿਵੇਂ ਕਿ ਅਫਗਾਨਿਸਤਾਨ ਦੇ ਸਿੱਖਾਂ ਦਾ ਤੁਸੀਂ ਮੁੱਦਾ ਉਠਾਇਆ। ਸੋ ਨੈਸ਼ਨਲ ਪਾਰਟੀ ਜਿਹੜੀ ਆ ਉਹ ਇਸ ਦੇ ਵਿੱਚ ਕੀ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਤਬਦੀਲੀਆਂ ਲਾਵੇਗੀ? ਪਾਲਿਸੀ ਜਿਹੜੀ ਹੈ ਹਜੇ ਸਾਡੇ ਵੱਲੋਂ ਅਨਾਉਂਸ ਨਹੀਂ ਕੀਤੀ ਗਈ ਕਿ ਅਸੀਂ ਇਮੀਗ੍ਰੇਸ਼ਨ ਕਿਸ ਤਰੀਕੇ ਨਾਲ ਉਸ ਨੂੰ ਡੀਲ ਕਰਾਂਗੇ ਜੀ। ਪਰ ਜੋ ਮੇਰੇ ਦਿਲ ਦੀ ਖੁਆਇਸ਼ ਹੈ ਔਰ ਜਿਸ ਤਰੀਕੇ ਨਾਲ ਮੈਂ ਪਾਰਟੀ ਦੇ ਅੰਦਰ ਕੋਕਸ ਦੇ ਅੰਦਰ ਗੱਲ ਕਰ ਰਿਹਾ ਹਾਂ, ਮੈਂ ਇਹ ਕਹਿਣਾ ਚਾਹੁੰਦਾ ਵਾਂ ਉਹਨਾਂ ਨੂੰ, ਔਰ ਪਾਲਿਸੀ ਇਸ ਤਰੀਕੇ ਨਾਲ ਬਣਾਈ ਜਾਏ ਕਿ ਨੋ ਡਾਊਟ ਇਸ ਮੁਲਕ ਦੇ ਅੰਦਰ ਜਿਹੜੇ ਕੀਵੀਜ਼ ਅਨਇੰਪਲੋਇਡ ਨੇ ਜੀ, ਉਹਨਾਂ ਨੂੰ ਜੌਬਸ ਮਿਲਣੀਆਂ ਚਾਹੀਦੀਆਂ ਜੀ। ਉਹਦਾ ਤਰੀਕਾ ਹੈ ਕਿ ਨਵੇਂ ਜੌਬਸ ਕ੍ਰੀਏਟ ਕੀਤੇ ਜਾਣ, ਕਿਸ ਤਰ੍ਹਾਂ ਅਸੀਂ ਬਿਜ਼ਨੈਸਿਸ ਨੂੰ ਸਪੋਰਟ ਕਰ ਸਕਦੇ ਹਾਂ ਤਾਂ ਕਿ ਇਹ ਜੌਬਸ ਜਿਹੜੇ ਨੇ ਮੇਨਟੇਨ ਕੀਤੇ ਜਾ ਸਕਣ। ਇਹ ਜਦ ਮੇਨਟੇਨ ਹੋਣਗੇ, ਆਬਵੀਅਸਲੀ ਇਸ ਮੁਲਕ ਦੇ ਅੰਦਰ ਜਿਹੜੀ ਮਾਈਗ੍ਰੇਸ਼ਨ ਹੈ ਜਾਂ ਇਮੀਗ੍ਰੈਂਟਸ ਹੈ ਉਹਨਾਂ ਤੋਂ ਬਗੈਰ ਅਸੀਂ ਤਰੱਕੀ ਨਹੀਂ ਕਰ ਪਾ ਸਕਦੇ। ਅਸੀਂ ਜੋ ਤਰੱਕੀ ਕੀਤੀ ਹੈ, ਬਹੁਤ ਸਾਰੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਮਾਈਗ੍ਰੈਂਟਸ ਦੀ ਹੈਗੀ। ਉਸੇ ਤਰੀਕੇ ਨਾਲ ਜਿਸ ਤਰ੍ਹਾਂ ਹੀ ਇਕਨੋਮੀ ਜਿਹੜੀ ਆਪਣੇ ਪੈਰਾਂ ਤੇ ਫਿਰ ਤੋਂ ਖੜੀ ਹੋ ਜਾਂਦੀ ਹੈ, ਉਸ ਟਾਈਮ ਤੇ ਜਿਹੜੇ ਲੋਕੀ ਇਸ ਟਾਈਮ ਓਵਰਸੀਜ਼ ਅਟਕੇ ਹੋਏ ਨੇ, ਜਿਹੜੇ ਇੱਥੇ 2 ਸਾਲ 5 ਸਾਲ ਕੰਮ ਕਰ ਚੁੱਕੇ ਹੋਏ ਨੇ, ਜਿਨ੍ਹਾਂ ਨੂੰ ਇੱਥੇ ਦਾ ਐਕਸਪੀਰੀਅੰਸ ਹੈ, ਉਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ ਕਿ ਉਹਨਾਂ ਨੂੰ ਪਹਿਲੇ ਵਾਪਸ ਲਿਆ ਜਾਏ ਔਰ ਉਹਨਾਂ ਨੂੰ ਜੌਬਸ ਦੇ ਉੱਤੇ, ਅਗਰ ਉਹਨਾਂ ਦੇ ਕੋਲ ਜਿਵੇਂ ਜੌਬ ਸਰਚ ਕੀਤੀ ਜਾਂਦੀ ਹੈ ਔਰ ਜਿਹਦੇ ਤੇ ਲੋਕਾਂ ਨੂੰ ਜੌਬ ਆਫਰਸ ਮਿਲਦੀਆਂ ਨੇ, ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਏ। ਅਗਰ ਉਹਨਾਂ ਦੇ EMPLOYEES ਜਿਹੜੇ ਨੇ ਉਹਨਾਂ ਨੂੰ ਦੁਬਾਰਾ ਤੋਂ ਲੈਣ ਲਈ ਤਿਆਰ ਨੇ ਔਰ ਇੱਥੋਂ ਦੀ ਉਹਨਾਂ ਨੂੰ ਲੋਕਲ ਕੀਵੀਜ਼ ਨਹੀਂ ਮਿਲ ਰਹੇ ਕੰਮ ਕਰਨ ਲਈ, ਤੇ ਡੈਫੀਨੇਟਲੀ ਉਹਨਾਂ ਨੂੰ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ। ਇਹ ਮੇਰੀ ਐਡਵੋਕੇਸੀ ਹੋਏਗੀ ਆਪਣੀ ਟੀਮ ਨੂੰ ਕਿ ਇਸ ਤਰ੍ਹਾਂ ਦੀ ਕੁਝ ਪਾਲਿਸੀ ਬਣਾਈ ਜਾਏ। ਜੀ, ਉਹ ਬਖਸ਼ੀ ਜੀ, ਗੱਲਾਂ ਤਾਂ ਬਹੁਤ ਹੋਰ ਕਰਨ ਨੂੰ ਜਿਹੜਾ ਮਨ ਕਰ ਰਿਹਾ, ਲੇਕਿਨ ਸਮਾਂ ਜਿਹੜਾ ਹੈ ਉਧਰੋਂ ਇਸ਼ਾਰਾ ਹੋ ਗਿਆ। ਸੋ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਹੋਰ ਅਸੀਂ ਗੱਲਾਂ ਬਾਤਾਂ ਜਿਹੜੀਆਂ ਸਟੂਡੀਓ ਦੇ ਵਿੱਚ ਕਰਦੇ ਚੱਲਾਂਗੇ। ਲਗਭਗ 75 ਕੁ ਦਿਨ ਦਾ ਸਮਾਂ ਸਾਡੇ ਕੋਲ ਬਚਿਆ ਹੈ ਨਿਊਜ਼ੀਲੈਂਡ ਦੀਆਂ ਜਨਰਲ ਇਲੈਕਸ਼ਨਸ ਹੋਣ ਦੇ ਵਿੱਚ, ਤੇ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਭਰਪੂਰ ਜਿਹੜਾ ਇਸ ਵਕਤ ਜ਼ੋਰ ਜਿਹੜਾ ਲਗਾਇਆ ਜਾ ਰਿਹਾ। ਸੋ ਬਖਸ਼ੀ ਜੀ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਸੀਂ ਖੁੱਲ੍ਹ ਕੇ ਜਿਹੜੀਆਂ ਗੱਲਾਂ ਕਰਾਂਗੇ। ਤੇ ਵਰਡਿਕਟ 2020 ਦਾ ਜਿਹੜਾ ਹੋਰ ਅਗਲਾ ਜਿਹੜਾ ਪੜਾਅ ਦੇ ਵਿੱਚ ਜਿਹੜੀ ਆ ਤੁਸੀਂ ਸਵਾਤੀ ਜੀ ਦੇ ਨਾਲ ਜਿਹੜੀ ਆ ਉਹ ਵੀ ਗੱਲਬਾਤ ਜਿਹੜੀ ਆ ਉਹ ਤੁਸੀਂ ਦੇਖ ਸਕੋਗੇ। ਸੋ ਸਵਾਤੀ ਜੀ ਹਰ ਸ਼ਨੀਵਾਰ ਨੂੰ ਜਿਹੜਾ ਹੈ ਉਹ 4:30 ਵਜੇ ਆਪਣਾ ਪ੍ਰੋਗਰਾਮ ਟਾਕ ਟਾਈਮ ਵਿਦ ਸਵਾਤੀ ਵੀ ਲੈ ਕੇ ਆਉਣਗੇ। ਸੋ ਉਸ ਦੇ ਵਿੱਚ ਵੀ ਵਰਡਿਕਟ 2020 ਦੀਆਂ ਗੱਲਾਂ ਹੋਣਗੀਆਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਵੱਲੋਂ, ਗੁਰਸਿਮਰਨ ਮਿੰਟ ਵੱਲੋਂ ਇੱਥੇ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਖਸ਼ੀ ਜੀ, ਤੁਸੀਂ ਸਮਾਂ ਕੱਢਿਆ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਪ੍ਰੋਗਰਾਮ ਤੇ ਮੈਨੂੰ ਮੌਕਾ ਦਿੱਤਾ ਹੈ, ਔਰ ਤੁਹਾਡੇ ਸਰੋਤਿਆਂ ਦੇ ਜਿਹੜੇ ਸਵਾਲ ਸਨ, ਮੈਂ ਸਮਝਦਾ ਕਿ ਉਹਨਾਂ ਦੇ ਜਵਾਬ ਦੇਣੇ ਵੀ ਜ਼ਰੂਰੀ ਸਨ, ਔਰ ਮੈਂ ਪੂਰੀ ਕੋਸ਼ਿਸ਼ ਕਰਾਂਗਾ ਔਰ ਮੈਂ ਆਸ਼ਵਾਸਨ ਦੇਣਾ ਚਾਹਾਂਗਾ ਕਿ ਮੈਂ ਪੂਰੀ ਕੋਸ਼ਿਸ਼ ਕਰਦਾ ਵਾਂ ਔਰ ਕਰਾਂਗਾ ਕਿ ਇਹ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕੀਤਾ ਜਾ ਸਕੇ। ਜੀ, ਬਹੁਤ ਬਹੁਤ ਧੰਨਵਾਦ ਬਖਸ਼ੀ ਜੀ, ਸਤਿ ਸ਼੍ਰੀ ਅਕਾਲ।